हेलो स्टूडेंट्स, हिस्ट्री थर्ड ਸਮੈਸਟਰ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਸੈਕੰਡ ਯੂਨਿਟ ਚੱਲ ਰਹੀ ਸੀ। ਇਸ ਯੂਨਿਟ ਵਿੱਚ ਅਸੀਂ ਕੁਐਸਚਨ ਸ਼ੁਰੂ ਕੀਤਾ ਸੀ, ਖੇਤੀ ਦੇ ਵਣਜੀਕਰਨ ਜਾਂ ਖੇਤੀ ਦੇ ਵਿਵਸਾਈਕਰਨ ਦੀ ਵਿਆਖਿਆ ਕਰੋ। ਪਿਛਲੀ ਕਲਾਸ ਵਿੱਚ ਅਸੀਂ ਦੇਖਿਆ ਕਿ ਕਿਸਾਨਾਂ ਦੁਆਰਾ ਆਪਣੇ ਖੇਤਾਂ ਵਿੱਚ ਉਹਨਾਂ ਫਸਲਾਂ ਨੂੰ ਉਗਾਉਣਾ ਜਿਨ੍ਹਾਂ ਨੂੰ ਆਸਾਨੀ ਨਾਲ ਬਾਜ਼ਾਰ ਲਿਜਾ ਕੇ ਵੇਚਿਆ ਜਾ ਸਕੇ, ਉਸ ਨੂੰ ਵਣਜੀਕਰਨ ਕਹਿੰਦੇ ਹਨ। ਕਿਸਾਨਾਂ ਦੁਆਰਾ ਅਨੇਕ ਨਕਦੀ ਫਸਲਾਂ ਉਗਾਈਆਂ ਗਈਆਂ, ਜਿਵੇਂ ਚਾਹ, ਕੌਫੀ, ਤੰਬਾਕੂ, ਨੀਲ, ਪਟਸਨ ਆਦਿ। ਅਸੀਂ ਵਣਜੀਕਰਨ ਦੇ ਕਾਰਨਾਂ ਨੂੰ ਸ਼ੁਰੂ ਕਰ ਰੱਖਿਆ ਸੀ। ਅੱਜ ਦੀ ਕਲਾਸ ਵਿੱਚ ਇਹਨਾਂ ਹੀ ਕਾਰਨਾਂ ਨੂੰ ਅੱਗੇ ਜਾਰੀ ਰੱਖਦੇ ਹੋਏ ਕਾਰਨ ਜਿਹੜੇ ਹਨ ਉਹ ਅਸੀਂ ਪੂਰੇ ਕਰ ਲਾਂਗੇ। ਸ਼ੁਰੂ ਕਰਦੇ ਹਾਂ। ਅਮਰੀਕਾ ਦਾ ਗ੍ਰਹਿ ਯੁੱਧ। ਅਮਰੀਕਾ ਦੇ ਗ੍ਰਹਿ ਯੁੱਧ ਦੇ ਕਾਰਨ ਭਾਰਤ ਵਿੱਚ ਖੇਤੀ ਦੇ ਵਣਜੀਕਰਨ ਨੂੰ ਬਹੁਤ ਬਲ ਮਿਲਿਆ। ਇਸ ਗ੍ਰਹਿ ਯੁੱਧ ਦੇ ਚਲਦੇ ਇੰਗਲੈਂਡ ਦੇ ਕਾਰਖਾਨਿਆਂ ਨੂੰ ਅਮਰੀਕਾ ਤੋਂ ਮਿਲਣ ਵਾਲੀ ਕਪਾਹ ਦੀ ਸਪਲਾਈ ਬੰਦ ਹੋ ਗਈ। ਇਸ ਦੇ ਨਾਲ ਇੰਗਲੈਂਡ ਦੇ ਕੱਪੜਾ ਮਿਲ ਮਾਲਿਕਾਂ ਵਿੱਚ ਹਾਹਾਕਾਰ ਮਚ ਗਿਆ। ਉਹਨਾਂ ਨੇ ਬ੍ਰਿਟਿਸ਼ ਸੰਸਦ ਅਤੇ ਭਾਰਤ ਸਚਿਵ 'ਤੇ ਇਸ ਗੱਲ ਦਾ ਦਬਾਅ ਪਾਇਆ ਕਿ ਉਹ ਅਜਿਹੇ ਕਦਮ ਉਠਾਉਣ ਜਿਸ ਦੇ ਨਾਲ ਉਹਨਾਂ ਨੂੰ ਭਾਰਤ ਤੋਂ ਕੱਚਾ ਮਾਲ ਪ੍ਰਾਪਤ ਹੋ ਸਕੇ। ਇਸ ਕਾਰਨ ਭਾਰਤ ਵਿੱਚ ਕਪਾਹ ਦੀ ਮੰਗ ਇੱਕਦਮ ਵੱਧ ਗਈ। ਇਸ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 1859 ਈਸਵੀ ਵਿੱਚ ਭਾਰਤ ਤੋਂ 5 ਲੱਖ ਕਪਾਹ ਦੀਆਂ ਗੱਠਾਂ ਦਾ ਨਿਰਯਾਤ ਕੀਤਾ ਜਾਂਦਾ ਸੀ। ਇਸ ਦਾ ਮੁੱਲ 5.6 ਕਰੋੜ ਰੁਪਏ ਸੀ। 1865 ਈਸਵੀ ਵਿੱਚ ਕਪਾਹ ਦਾ ਨਿਰਯਾਤ ਵੱਧ ਕੇ 12.6 ਲੱਖ ਗੱਠਾਂ ਹੋ ਗਿਆ। ਇਸ ਦਾ ਮੁੱਲ 37.5 ਕਰੋੜ ਰੁਪਏ ਸੀ। ਕਪਾਹ ਤੋਂ ਇਲਾਵਾ ਚਾਵਲ, ਕਣਕ ਅਤੇ ਹੋਰ ਖਾਦਿਆਨਾਂ ਦੇ ਨਿਰਯਾਤ ਵਿੱਚ ਵੀ ਵਾਧਾ ਹੋਇਆ। ਇਸ ਦੇ ਨਾਲ ਭਾਰਤੀ ਕਿਸਾਨ ਖੇਤੀ ਦੇ ਵਣਜੀਕਰਨ ਦੇ ਲਈ ਪ੍ਰੋਤਸਾਹਿਤ ਹੋਏ। ਅਗਲਾ ਕਾਰਨ ਹੈ ਵਿਚੋਲੀਆਂ ਦੀ ਗਤੀਵਿਧੀਆਂ। ਖੇਤੀ ਉਪਜ ਤੇ ਬਾਜ਼ਾਰ ਵਧਣ ਦੇ ਨਾਲ ਨਾਲ ਵਿਚੋਲੀਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ। ਨਿਚਲੇ ਗ੍ਰਾਮੀਣ ਜਾਂ ਪੇਂਡੂ ਸਤਰ 'ਤੇ ਇਹ ਵਿਚੋਲੀਏ ਕਿਸਾਨਾਂ ਤੋਂ ਨਕਦ ਧਨਰਾਸ਼ੀ ਵਿੱਚ ਉਹਨਾਂ ਦੀ ਫਸਲਾਂ ਦਾ ਸੌਦਾ ਕਰਦੇ ਸਨ। ਕਦੇ ਕਦੇ ਇਹ ਨਗਦ ਫਸਲਾਂ ਦੀ ਖਰੀਦ ਵਿੱਚ ਕਿਸਾਨਾਂ ਨੂੰ ਨਗਦ ਪੈਸੇ ਪਹਿਲਾਂ ਹੀ ਦੇ ਦਿੰਦੇ ਸਨ। ਬਨੀਏ ਜਾਂ ਮਹਾਜਨ ਕਪਾਹ ਤੇ ਅਫੀਮ ਜਾਂ ਗੰਨੇ ਦੀ ਖੇਤੀ ਦੇ ਲਈ ਐਡਵਾਂਸ ਪੈਸੇ ਦਿੰਦੇ ਸਨ ਅਤੇ ਦਲਾਲ ਨਕਦੀ ਫਸਲਾਂ ਦੇ ਬਾਜ਼ਾਰ 'ਤੇ ਨਿਯੰਤਰਣ ਰੱਖਦੇ ਸਨ। ਇਹ ਵਿਚੋਲੀਏ ਨਕਦੀ ਫਸਲਾਂ ਨੂੰ ਉਹਨਾਂ ਦੇ ਨਿਰਯਾਤ ਦੇ ਲਈ ਵਿਦੇਸ਼ੀ ਕੰਪਨੀਆਂ ਨੂੰ ਵੇਚ ਦਿੰਦੇ ਸਨ। ਇਹਨਾਂ ਪਰਿਸਥਿਤੀਆਂ ਵਿੱਚ ਕਿਸਾਨਾਂ ਨੂੰ ਨਗਦ ਫਸਲ ਉਗਾਉਣ ਦੇ ਲਈ ਜਲਦੀ ਹੀ ਨਗਦ ਧਨ ਪ੍ਰਾਪਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਸੀ। ਅਗਲਾ ਕਾਰਨ ਹੈ ਬ੍ਰਿਟਿਸ਼ ਸਰਕਾਰ ਦੀ ਕਰ ਨੀਤੀ। ਖੇਤੀ ਉਪਜ ਦਾ ਨਿਰਯਾਤ
ਜ਼ਿਆਦਾ ਤੋਂ ਜ਼ਿਆਦਾ ਵਧਾਉਣ ਵਿੱਚ ਭਾਰਤ ਦੀ ਬ੍ਰਿਟਿਸ਼ ਸਰਕਾਰ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਬ੍ਰਿਟਿਸ਼ ਸਰਕਾਰ ਨੇ ਮੁੱਖ ਖੇਤੀ ਦੇ ਖੇਤਰਾਂ ਨੂੰ ਬੰਦਰਗਾਹਾਂ ਦੇ ਨਾਲ ਜੋੜਨ ਦੇ ਉਦੇਸ਼ ਨਾਲ ਭਾਰਤ ਵਿੱਚ ਰੇਲ ਲਾਈਨਾਂ ਦਾ ਨਿਰਮਾਣ ਕੀਤਾ। ਰੇਲ ਦਾ ਕਿਰਾਇਆ ਵੀ ਇਸ ਤਰ੍ਹਾਂ ਨਿਸ਼ਚਿਤ ਕੀਤਾ ਗਿਆ ਸੀ ਕਿ ਕੱਚਾ ਮਾਲ ਉਹਨਾਂ ਸ਼ਹਿਰਾਂ ਵਿੱਚ ਅਤੇ ਉੱਥੋਂ ਬੰਦਰਗਾਹਾਂ ਤੱਕ ਆਸਾਨੀ ਨਾਲ ਸਸਤੀਆਂ ਦਰਾਂ 'ਤੇ ਪਹੁੰਚ ਜਾਏ। ਇਸ ਦੇ ਨਾਲ ਖੇਤੀ ਪੈਦਾਵਾਰ ਦਾ ਨਿਰਯਾਤ ਵਧਿਆ। ਸੰਨ 1860 ਈਸਵੀ ਦੇ ਬਾਅਦ ਭਾਰਤ ਸਰਕਾਰ ਦੀ ਅਰਥਨੀਤੀ ਇਹ ਸੀ ਕਿ ਨਗਦ ਫਸਲਾਂ ਅਤੇ ਖੇਤੀ ਦੀ ਉਪਜ ਨੂੰ ਵਧਾਉਣ ਦੇ ਲਈ ਭਾਰਤ ਨੂੰ ਸੁਵਿਧਾਵਾਂ ਦਿੱਤੀਆਂ ਜਾਣ। ਉਹਨਾਂ ਦਾ ਲਕਸ਼ ਜਾਂ ਉਦੇਸ਼ ਸੀ ਕਿ ਭਾਰਤ ਦੀ ਸੁਭਾਵਿਕ ਸੁਵਿਧਾ ਹੈ ਖੇਤੀ ਉਪਜ ਵਿੱਚ ਵਾਧਾ ਕਰਨਾ। ਇਸ ਦੇ ਨਾਲ ਭਾਰਤ ਦਾ ਵਿਦੇਸ਼ੀ ਵਪਾਰ ਵਧੇਗਾ ਅਤੇ ਫਿਰ ਉਸ ਦੀ ਆਮਦਨ ਵੀ ਵਧੇਗੀ। ਇਸ ਲਈ ਭਾਰਤ ਤੋਂ ਨਿਰਯਾਤ ਹੋਣ ਵਾਲੀ ਖੇਤੀ ਫਸਲਾਂ 'ਤੇ ਕਰ ਨਹੀਂ ਲਾਇਆ ਗਿਆ। ਅਗਲਾ ਕਾਰਨ ਹੈ ਸਰਕਾਰ ਦੀ ਦਖਲ ਅੰਦਾਜ਼ੀ। ਖੇਤੀ ਵਿੱਚ ਵਾਣਿਜੀਕਰਨ ਅਫੀਮ, ਨੀਲ ਅਤੇ ਜੂਟ ਤੋਂ ਸ਼ੁਰੂ ਹੋਇਆ। ਬਾਅਦ ਵਿੱਚ ਇਸ ਲੜੀ ਵਿੱਚ ਕਪਾਹ ਅਤੇ ਚਾਹ ਵੀ ਜੁੜ ਗਈ। ਪੋਸਤ ਅਤੇ ਨੀਲ ਦੀ ਖੇਤੀ ਕਿਸ ਰੂਪ ਵਿੱਚ ਕੀਤੀ ਜਾਏ, ਇਸ ਦਾ ਫੈਸਲਾ ਕਿਸਾਨਾਂ ਦੀ ਬਜਾਏ ਸਰਕਾਰ ਕਰਦੀ ਸੀ। ਸਰਕਾਰ ਲਗਾਨ ਦੀ ਜ਼ਰੂਰਤ ਦੇ ਹਿਸਾਬ ਨਾਲ ਅਤੇ ਬ੍ਰਿਟੇਨ ਦੀ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਸਾਰੀਆਂ ਫਸਲਾਂ ਦੇ ਸੰਬੰਧਿਤ ਫੈਸਲੇ ਕਰਦੀ ਸੀ। ਇਹਨਾਂ ਫਸਲਾਂ 'ਤੇ ਸਰਕਾਰ ਸਖਤ ਨਿਗਰਾਨੀ ਰੱਖਦੀ ਸੀ ਅਤੇ ਉਹਨਾਂ 'ਤੇ ਆਪਣਾ ਏਕਾਧਿਕਾਰ ਸਥਾਪਿਤ ਕਰ ਲਿਆ ਸੀ। ਸਰਕਾਰੀ ਦਖਲ ਅੰਦਾਜ਼ੀ ਨਾਲ ਕੁਝ ਫਸਲਾਂ ਦਾ ਜ਼ਬਰਦਸਤੀ ਵਾਣਿਜੀਕਰਨ ਵੀ ਕੀਤਾ ਗਿਆ। ਨੀਲ ਦੀ ਫਸਲ 'ਤੇ ਅਤੇ ਚਾਹ ਦੇ ਬਾਗਾਂ 'ਤੇ ਯੂਰੋਪੀਅਨ ਸਵਾਮੀਆਂ ਦਾ ਨਿਯੰਤਰਣ ਸੀ। ਨੀਲ ਦੇ ਖੇਤਾਂ ਦੇ ਅਤੇ ਚਾਹ ਦੇ ਬਾਗਾਂ ਦੇ ਸਵਾਮੀ ਜਾਂ ਮਾਲਿਕ ਪੂੰਜੀਵਾਦੀ ਪ੍ਰਣਾਲੀ ਤੋਂ ਨਿਯੰਤਰਣ ਰੱਖਦੇ ਸਨ। ਇਹਨਾਂ ਖੇਤਾਂ ਅਤੇ ਬਾਗਾਂ ਦਾ ਪ੍ਰਬੰਧ ਯੂਰੋਪੀਅਨ ਪੂੰਜੀਪਤੀਆਂ ਦੇ ਹੱਥਾਂ ਵਿੱਚ ਸੀ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨ ਅਤੇ ਚਾਹ ਦੇ ਬਾਗਾਂ ਵਿੱਚ ਮਜ਼ਦੂਰ ਦਾਸ ਦੇ ਰੂਪ ਵਿੱਚ ਕੰਮ ਕਰਦੇ ਸਨ ਅਤੇ ਸਾਮੰਤੀ ਪ੍ਰਥਾ ਦੀ ਪੀੜਾ, ਦਮਨ ਅਤੇ ਅਤਿਆਚਾਰਾਂ ਨੂੰ ਸਹਿਣ ਕਰਦੇ ਸਨ। ਵਾਣਿਜੀਕਰਨ ਦੇ ਪ੍ਰਾਰੰਭ ਅਤੇ ਵਿਸਤਾਰ ਦੇ ਨਾਲ ਜ਼ਮੀਂਦਾਰ, ਸਾਹੂਕਾਰ, ਦਲਾਲ, ਵਪਾਰੀ ਅਤੇ ਆੜ੍ਹਤੀਏ ਆਦਿ ਵਰਗ ਦੀ ਸਥਾਪਨਾ ਹੋਈ। ਇਸ ਨਵੇਂ ਵਰਗ ਨੇ ਪੇਂਡੂ ਲੋਕਾਂ ਅਤੇ ਕਿਸਾਨਾਂ ਦਾ ਬਹੁਤ ਸ਼ੋਸ਼ਣ ਕੀਤਾ।
ਇਸ ਤਰ੍ਹਾਂ ਅਨੇਕ ਕਾਰਨਾਂ ਦੇ ਸਿੱਟੇ ਵਜੋਂ ਭਾਰਤ ਵਿੱਚ ਖੇਤੀ ਦਾ ਵਣਜੀਕਰਨ ਜਾਂ ਵਿਵਸਾਈਕਰਨ ਹੋਇਆ, ਜਿਸ ਦੇ ਤਹਿਤ ਨਗਦੀ ਫਸਲਾਂ ਨੂੰ ਉਗਾਉਣ ਦੇ ਲਈ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਤਸਾਹਿਤ ਕੀਤਾ ਗਿਆ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਕੁਐਸਚਨ ਨੂੰ ਅੱਗੇ ਜਾਰੀ ਰੱਖਦੇ ਹੋਏ ਖੇਤੀ ਦੇ ਵਣਜੀਕਰਨ ਦੇ परिणामां ਦੀ ਚਰਚਾ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ। ਆਪਣੇ ਨੋਟਸ ਜ਼ਰੂਰ ਬਣਾਉਂਦੇ ਰਹੋ।